इस वक्त जी टीम जुर्म बेनकाब मौजूद है एक ऐसे ख़ानदान के पास जिनकी वालदा को बड़ी बेरहमी से कत्ल कर दिया गया। इस वक्त हमारे साथ मौजूद है उस मकतूला माँ की बेटी। उनसे हम बात करते हैं कि क्या वजह थी कि इनकी वालदा को गली के अंदर बड़ी बेरहमी से मार डाला और मारने वाले कौन थे। अच्छा तुम ये दसो कि की मामला है, की होया? भाई अम्मी रानी ने ਦਿੱਤੀ ਸੀ ਸੀਸੀਪੀਓ ਦਰਖਾਸਤ। अच्छा ਇਹ ਪਠਾਣਾ ਦੇ ਖਿਲਾਫ ਸੂਤ ਭਾਈ ਨੇ ਲਿਆ ਸੀ 2 ਲੱਖ ਜਾਂ 2.5 ਲਿਆ ਸੀ ਤੇ ਇਹਨਾਂ ਨੇ 9 ਲੱਖ ਪਾ ਕੇ ਸੂਤ ਤੇ ਇਹਨਾਂ ਨੇ ਮੇਰੀ ਵਾਲਦਾ ਦੇ ਸਿਰ ਤੇ ਮੋਜ਼ਰ ਖਵਾ ਕੇ ਇਹਨਾਂ ਨੇ ਸਾਈਨ ਕਰਾ ਕੇ ਨਾ ਭਾਈ ਛੋਟੇ ਕੋਲੋਂ ਘਰ ਤੇ ਕਬਜ਼ਾ ਕਰ ਲਿਆ। ਤੁਹਾਡੇ ਘਰ ਤੇ? ਹਾਂਜੀ ਸਾਡੇ ਘਰ ਤੇ ਕਬਜ਼ਾ ਕੀਤਾ ਜਦੋਂ ਮੇਨ ਲੜਾਈ ਸ਼ੁਰੂ ਹੋਈ ਹੈ। ਠੀਕ ਹੈ। ਕਬਜ਼ਾ ਕਰਕੇ ਤੇ ਮੇਰੀ ਵਾਲਦਾ ਨੇ ਨਾ ਸੀਸੀਪੀਓ ਦਿੱਤੀ ਦਰਖਾਸਤ ਕਿ ਸਰ ਮੈਨੂੰ ਨਾ ਕਬਜ਼ਾ ਮੇਰਾ ਮਿਲਿਆ ਜਾਏ। ਇਹ ਕਬਜ਼ਾ ਮਾਫੀ ਨੇ ਇਹਨਾਂ ਕੋਲੋਂ ਮੇਰਾ ਘਰ ਛੁਡਵਾਓ। ਠੀਕ ਹੈ। ਤੇ ਉਹਨਾਂ ਨੇ ਦਰਖਾਸਤ ਦੇ ਦਿੱਤੀ ਉੱਥੇ ਬੁਲਵਾਉਂਦੇ ਰਹੇ ਨੇ ਇਹਨਾਂ ਨੂੰ ਆਓ। ਇਹਨਾਂ ਨੇ ਨਾ ਚੋ ਵੱਡੇ ਭਾਈ ਦੇ ਨਾਲ ਜਿਸ ਤਰ੍ਹਾਂ ਵੀ ਇਹਨਾਂ ਨੇ ਸੁਲਾ ਸਫਾਈ ਕੀਤੀ ਇਹਨਾਂ ਨੇ ਕਰਕੇ ਨਾ ਤੇ 4 ਦਿਨ ਨਹੀਂ ਗੁਜ਼ਰੇ ਨੇ ਇਹਨਾਂ ਨੇ ਮੇਰੀ ਵਾਲਦਾ ਨੂੰ ਨਾ ਨਿਸ਼ਾਨਾ ਇਹਨਾਂ ਨੇ ਬਣਾ ਲਿਆ। ਅੱਛਾ ਪੂਰੇ ਮਹੱਲੇ 'ਚ ਖੜੇ ਹੋ ਕੇ ਕਹਿੰਦੇ ਸੀ ਅਸੀਂ ਇਹਨੂੰ ਨਾ ਕਤਲ ਕਰਨਾ ਹੈ, ਅੱਜ ਕਰੀਏ ਕੱਲ ਕਰੀਏ, ਕਤਲ ਜ਼ਰੂਰ ਇਹਨੂੰ ਅਸੀਂ ਕਰਨਾ ਹੈ। ਤੇ ਕੌਣ ਲੋਕ ਨੇ ਆਏ? ਦੂਸਰੇ ਨੰਬਰ ਤੇ ਇਹਨਾਂ ਦੇ ਘਰੋਂ ਬੰਬ ਨਿਕਲੇ ਨੇ, ਕਲੈਸ਼ਨਕੋਪ ਸੀ, ਸਟੇਜ ਗੰਨਾ ਸੀ, ਮੋਜ਼ਰ 7 ਨਿਕਲੇ ਨੇ। ਅੱਛਾ ਬਕੌਲ ਤੁਹਾਡੇ ਇਹ ਜਰਾਇਮ ਪੇਸ਼ਾ ਲੋਕ ਨੇ? ਹਾਂਜੀ ਬਹੁਤ ਜ਼ਿਆਦਾ ਅਮਲਾ ਹੈ ਇਹਨਾਂ ਦੇ ਘਰੋਂ। ਜੋ ਚੀਜ਼ਾਂ ਨਿਕਲੀਆਂ ਨੇ ਨਾ ਵੀਡੀਓ ਵੀ ਬਣਾਈ ਹੈ ਤੇ ਪੁਲਿਸ ਵਾਲਿਆਂ ਨੇ ਖੋ ਕੇ ਮੋਬਾਈਲ 'ਚ ਨਾ ਵੀਡੀਓ ਵੀ ਡਿਲੀਟ ਕਰਤੀ। ਇਹ ਪੁਲਿਸ ਵਾਲਿਆਂ ਨੇ ਕਿਉਂ ਡਿਲੀਟ ਕੀਤੀ? ਕਹਿੰਦੇ ਨਹੀਂ ਬਾਜੀ ਅਸੀਂ ਤੁਹਾਡੀ ਖਾਤਰ ਆਏ ਆ, ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ? ਮੈਂ ਕਿਹਾ ਭਾਈ ਆਖਰ ਇੰਨਾ ਕੁਝ ਫੜੀਜਿਆ ਅਸੀਂ ਤਾਂ ਬਣਾਣੀ ਹੈ ਵੀਡੀਓ। ਉਹਨਾਂ ਨੇ ਮੋਬਾਈਲ ਮੇਰੇ ਕੋਲ ਮੌਜੂਦਾ ਲੈ ਕੇ ਨਾ ਉਹਨਾਂ ਨੇ ਡਿਲੀਟ ਕਰ ਦਿੱਤੀਆਂ। ਅੱਛਾ ਬੰਬ ਸੀ। ਦੱਸੋ ਹੁਣ ਤੁਸੀਂ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਕਿ ਮਾਮਲਾ ਵਾਲਦਾ ਨੂੰ ਮਾਰਿਆ ਕਿਸ ਤਰ੍ਹਾਂ? ਅੰਦਰੋਂ ਬੱਚੀ ਦੀ ਲੜਾਈ ਹੋਈ ਹੈ ਛੋਟੀ ਦੀ। ਛੋਟੀ ਬੱਚੀ ਦੀ? ਹਾਂਜੀ ਤੇ ਉਹ ਮੇਰੀ ਵਾਲਦਾ ਨੇ ਨਾ ਕਿਹਾ ਅੱਲਾ ਦਾ ਵਾਸਤਾ ਹੈ ਚਲੇ ਜਾਓ, ਮੈਂ ਆਪਣੇ ਬੱਚੇ ਨੂੰ ਅੰਦਰ ਲੈ ਜਾਣੀ ਆ। ਬੱਚਿਆਂ ਨਾਲ ਲੜੇ? ਬੱਚਿਆਂ ਨਾਲ। ਉਨੀ ਦੇਰ ਚ ਨਾ ਉਦੋਂ ਪਤਾ ਲੱਗਿਆ ਇਹਨਾਂ ਦੇ ਬੰਦਿਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਅੱਛਾ ਕੌਣ? ਕਹਿੰਦੇ ਤੈਨੂੰ ਅਸੀਂ ਕਿਹਾ ਸੀ। ਇਹ ਮਰਦ ਸਨ ਸਾਰੇ? ਮਰਦ ਸੀ ਸਾਰੇ। ਅੱਛਾ ਕਾਲੂ ਖਾਨ ਸੀ, ਜੀ ਸੀ, ਮੂਨ ਸੀ ਤੇ ਇਹਨਾਂ ਦਾ ਨਈਮ ਸੀ। ਉਦੋਂ ਪਤਾ ਲੱਗਿਆ ਜਦੋਂ ਸਾਡੀ ਵਾਲਦਾ ਨਾ ਬਹੁਤ ਜ਼ਿਆਦਾ ਹਾਲ ਬੁਰਾ ਹੋ ਗਿਆ ਤੇ ਭਾਈ ਨੂੰ ਪਤਾ ਲੱਗਿਆ ਛੋਟੇ ਨੂੰ। ਉਹਨਾਂ ਨੇ ਨਾ ਮਾਂ ਸਾਡੀ ਦੀ ਲਾਸ਼ ਵੀ ਨਹੀਂ ਚੁੱਕਣ ਦਿੱਤੀ। ਮਾਰਿਆ ਕਿਸ ਤਰ੍ਹਾਂ ਨੇ? ਬੈਲਟਾਂ ਦੇ ਨਾਲ ਉਹਨਾਂ ਨੂੰ ਮੇਰੀ ਭਾਈ ਨੂੰ ਮਾਰਿਆ। ਮੇਰੀ ਭਾਈ ਦੀ ਕਣ ਦਾ ਬਹੁਤ ਬੁਰਾ ਹਾਲ ਸੀ। ਉਹਨਾਂ ਨੇ ਉੱਤੇ ਹੀ ਡਿੱਗ ਗਿਆ। ਉਹਨਾਂ ਕਿ ਅੱਲਾ ਦਾ ਵਾਸਤਾ ਜੇ ਮੇਰੀ ਵਾਲਦਾ ਖਤਮ ਹੋ ਗਈ ਏ ਛੱਡ ਦਿਓ ਜਾਨ। ਕਹਿੰਦੇ ਇਹਨੂੰ ਹੱਥ ਨਹੀਂ ਲਾਣਾ, ਇਹਨੂੰ ਜਿਹੜਾ ਅੱਗੇ ਮਹੱਲੇ 'ਚੋਂ ਵਧੇਗਾ ਅਸੀਂ ਉਹਦਾ ਵੀ ਹਾਲ ਉਹੀ ਕਰਾਂਗੇ ਜੋ ਇਹਦਾ ਮਾਈ ਦਾ ਕੀਤਾ ਹਾਲ ਅਸੀਂ। ਇੱਕ ਜਣਾ ਮੋਜ਼ਰ ਤਾਣ ਕੇ ਖਲੋਤਾ ਰਿਹਾ ਉੱਤੇ ਸਿਰ ਤੇ, ਦੂਸਰੇ ਜਣਿਆਂ ਨੇ ਪੱਥਰ ਦੇ ਵਿੱਚ ਟੱਕਰਾਂ ਮਾਰਦੇ ਰਹੇ ਨੇ ਸਾਡੀ ਵਾਲਦਾ ਦੇ ਸਿਰ ਦੀਆਂ। ਦੂਸਰੇ ਜਣੇ ਨੇ ਲੱਤ ਦੇ ਉੱਤੇ ਖਲੋ ਕੇ ਤੇ ਜ਼ੋਰ ਦੀ ਉੱਤੇ ਛਲਾਂਗ ਮਾਰੀ। 2 ਜਗ੍ਹਾ ਤੋਂ ਲੱਤ ਟੁੱਟ ਗਈ ਵਾਲਦਾ ਦੀ ਮੇਰੀ। ਬਜ਼ੁਰਗ ਸਨ ਕਾਫੀ ਜ਼ਿਆਦਾ? ਨਹੀਂ 60 ਸਾਲ ਦੇ ਸੀ। 60 ਸਾਲ ਦੇ ਸੀ, ਇੰਨੇ ਵੀ ਬਜ਼ੁਰਗ ਨਹੀਂ ਸਨ। 60 ਸਾਲ ਦੇ ਸਨ। ਮਾਸ਼ਾਅੱਲਾ ਚੰਗੇ ਭਲੇ ਸਨ। ਅੱਛਾ ਉਹਨਾਂ ਦੀ ਨੱਕ ਦੀ ਹੱਡੀ ਤੋੜ ਦਿੱਤੀ ਇਹਨਾਂ ਨੇ। ਬਚਾਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਪੂਰਾ ਮਹੱਲੇ ਨੇ ਤਮਾਸ਼ਾ ਵੇਖਿਆ ਸਾਡਾ। ਕੋਈ ਮਹੱਲਾ ਇੰਨਾ ਕੁ ਡਰਦਾ ਨਾ ਕਿ ਸੋਚ ਨਹੀਂ ਹੋਣੀ ਸਾਡੀ ਕਿ ਮਹੱਲੇ ਵਾਲੇ ਸਿਰਫ ਲੁੱਕ ਕੇ ਦਰਵਾਜ਼ਿਆਂ ਦੇ ਵਿੱਚੋਂ ਤਲੀਜ਼ਾਂ ਦੇ ਵੇਖਦੇ ਰਹੇ ਨੇ। ਉਸ ਟਾਈਮ ਕਿਸੇ ਨੇ ਪੁਲਿਸ ਨੂੰ ਕਾਲ 15 ਤੇ ਵੀ ਕਾਲ ਕੀਤੀ ਹੈ ਲੇਕਿਨ ਸਾਡੇ ਕਹਿਣੇ ਤੇ ਪੁਲਿਸ ਨਹੀਂ ਆਈ। ਕਾਲੂ ਖਾਨ ਨੇ ਫੋਨ ਕੀਤਾ ਤੇ ਉਸੇ ਵਕਤ ਪੁਲਿਸ ਆ ਗਈ ਹੈ। ਕਹਿੰਦੇ ਜੀ ਇਹਨਾਂ ਨੂੰ ਫੜੋ। ਉਨੀ ਦਿਨ ਨੂੰ ਅਸੀਂ ਜਨਾਹ 'ਚ ਆਪਣੀ ਵਾਲਦਾ ਲੈ ਕੇ ਗਏ ਚਲੇ ਆ। ਅਸੀਂ ਡਰਦੇ 3 ਦਿਨ ਅਸੀਂ ਮਹੱਲੇ 'ਚ ਨਹੀਂ ਆਏ। ਕਤਲ ਕਿਸ ਤਰ੍ਹਾਂ ਕੀਤਾ ਉਹਨੇ? ਕਤਲ ਉਹਨਾਂ ਨੇ ਮੋਜ਼ਰ ਮਾਰੇ ਜੇ ਸਿਰ ਦੇ 'ਚ। ਅੱਛਾ 2 ਜਗ੍ਹਾ ਤੋਂ ਸਿਰ ਫਟ ਗਿਆ, ਨਸ ਫਟ ਗਈ ਦਿਮਾਗ ਦੀ, ਨੱਕ ਦੀ ਹੱਡੀ ਟੁੱਟ ਗਈ, ਦੰਦ ਸਾਰੇ ਤੋੜ ਦਿੱਤੇ ਮਾਰ ਕੇ ਘਸੁੰਨ। ਬੜੇ ਤਸੀਹੇ ਨਾਲ ਮਾਰੀ ਹੈ। ਤੇ ਫਾਇਰਿੰਗ ਕੀਤੀ ਗੋਲੀ? ਹਾਂਜੀ ਸਿੱਧੇ ਫੈਰ ਮਾਰੇ ਨੇ ਸਰ ਜੀ। ਸਾਡੇ ਬਹਿਨੋਈ ਨੂੰ ਨਾ ਸਿੱਧੀ ਗੋਲੀ ਵੱਜੀ ਉਹਨੂੰ ਉੱਡ ਕੇ ਨਾ ਗੋਲੀ ਉਹਦਾ ਖੋਲਾ ਵੱਜਿਆ ਸਿਰ ਦੇ ਤੋਂ ਉੱਥੇ ਹੀ ਲੇਟ ਗਿਆ ਉਹ। ਇਹਨਾਂ ਨੇ ਜਦੋਂ ਸਾਡੀ ਵਾਲਦਾ ਦਾ ਫਿਰ ਜਨਾਬ ਉਹਨਾਂ ਦੇ ਤਸ਼ੱਦਦ ਨਾਲ ਉਹਨਾਂ ਦੀ ਡੈਥ? ਨਹੀਂ ਉਹਨਾਂ ਦੇ ਮਾਰਨ ਨਾਲ ਹੋਈ ਹੈ। ਗੋਲੀ ਨਹੀਂ ਲੱਗੀ ਉਹਨਾਂ ਨੂੰ। ਇਹਨਾਂ ਨੇ ਇੰਨਾ ਕੁ ਜ਼ੁਲਮ ਕੀਤਾ ਨਾ ਜਿਨ੍ਹਾਂ ਦੀ ਵਜ੍ਹਾ ਨਾਲ ਮੌਕੇ ਤੇ ਹੀ ਵਾਲਦਾ ਸਾਡੀ ਤੇ ਇੱਥੇ ਹੀ ਫੌਤ ਹੋ ਚੁੱਕੇ ਹੋਏ ਸਨ। ਸਿਰ ਇੱਕ ਸਾਂਝ ਚੱਲ ਰਿਹਾ ਸਨ ਜਿਹੜੇ ਅਸੀਂ ਜਨਾਹ 'ਚ ਰੱਖੇ ਨੇ ਵਾਲਦਾ ਨੂੰ। ਤੁਸੀਂ ਕੌਣ ਸਾਰੇ ਆਪਣੇ ਘਰ? ਅਸੀਂ ਆਪਣੇ ਭੈਣ ਭਰਾ ਅਸੀਂ ਜਿਸ ਤਰ੍ਹਾਂ ਪਤਾ 5 ਭੈਣਾਂ ਵਾਂ। ਤੁਸੀਂ ਕੋਸ਼ਿਸ਼ ਕੀਤੀ ਉਹਨੇ ਬਚਾਉਣ ਦੀ? ਹਾਂਜੀ ਲੇਕਿਨ ਨਾ ਸਾਡੀ ਨਹੀਂ ਸੁਣਾਈ ਹੋਈ। ਉਹਨਾਂ ਨੇ ਸਾਡੇ ਉੱਤੇ ਮੋਜ਼ਰ ਤਾਂ ਨਹੀਂ ਰੱਖੇ। ਉਹਨਾਂ ਨੇ ਕਿਹਾ ਜਿਹੜਾ ਅੱਗੇ ਵਧੇਗਾ ਵਾਲਦਾ ਲੈ ਤੁਹਾਨੂੰ ਅਸੀਂ ਇੱਥੇ ਹੀ ਗੋਲੀ ਮਾਰਨੀ ਹੈ, ਤੁਹਾਡੇ ਕਤਲ ਵੀ ਅਸੀਂ ਇੱਥੇ ਹੀ ਕਰਾਂਗੇ ਜਿਸ ਤਰ੍ਹਾਂ ਤੁਹਾਡੀ ਵਾਲਦਾ ਨਾਲ ਕੀਤਾ ਸੀ। ਕਿੰਨੇ ਬੰਦੇ ਮਾਰੇ ਸਨ ਉਸ ਟਾਈਮ ਤੁਹਾਡੀ ਵਾਲਦਾ? 4 ਜਣੇ ਸਨ। ਜਿਸ ਤਰ੍ਹਾਂ ਤੁਸੀਂ ਦੱਸੇ ਮੁੱਕੇ ਹਾਂਜੀ ਥੱਪੜ ਬੈਲਟਾਂ ਬੜਾ ਅੰਦਰੋਂ ਘੜੀਸ ਕੇ ਫਿਰ ਲੈ ਆਏ ਨੇ। ਅਸੀਂ ਚੁੱਕ ਕੇ ਤਾਂ ਇੱਕ ਵਾਰੀ ਗਏ ਚਲੇ ਅੰਦਰ।
ਅੰਦਰੋਂ ਘੜੀਸਦੇ ਵਾਲਾਂ ਤੋਂ ਫੜ ਕੇ ਤੇ ਫਿਰ ਦੁਬਾਰਾ ਲਿਆ ਕੇ पत्थर ਦੇ ਵਿੱਚ ਸਿਰ ਮਾਰਿਆ, ਬੜੀ ਜ਼ੋਰ ਦੇ ਨਾਲ ਮਾਰਿਆ ਸਿਰ। ये नाज़रीन आप देख सकते हैं जी, ये कोई दूर दराज का इलाका नहीं है, कोई इलाका गैर नहीं है। ये है इस वक्त ये शाहनूर वाली साइड पे ये कच्ची आबादी है, जहाँ पर ये बहन हमारा जो है ये हमारी बहन हमें बता रही हैं कि कितने ज़ालमाना तरीके से बकौल इनकी वालदा का मर्डर किया गया, उनको मारा गया, फिर पूरे ख़ानदान को डराया धमकाया गया, फिर डायरेक्ट फायरिंग हुई। बज़ाहिर जो वजह नज़र आ रही है वो यही है कि छोटे बच्चों की लड़ाई की वजह से ये सारा मामला हुआ है, लेकिन ये बता रही है इसके बैकग्राउंड में भी कुछ मामला थे, क्योंकि ये जो इनकी वालदा हैं जिनको कत्ल किया है बकौल इनके, उन्होंने CCPO साहब को एप्लीकेशन दे रखी थी, ये उनको ज़्यादा गुस्सा था। यही वजह सी ਇਹੀ ਵਜ੍ਹਾ ਸੀ। ਉਹ ਕਹਿੰਦੇ ਸੀ ਤੁਸੀਂ CCPO ਗਏ ਹੋ, ਸਾਡੇ ਤੇ ਤੁਸੀਂ ਸੂਦ ਦਾ ਕਰਾਏ ਨੇ, ਹੁਣ ਤੁਹਾਨੂੰ ਛੱਡਣਾ ਨਹੀਂ, ਤੁਸੀਂ ਸਾਡੇ ਜਰੈਮ ਸਾਰੇ ਤੁਸੀਂ ਓਪਨ ਕਰਦੇ ਨੇ। ਉਹਨਾਂ ਦੇ ਜਰੈਮ ਸਾਰਾ ਕੁਝ ਇੱਥੋਂ ਅਮਲਾ ਪੂਰਾ ਭਰ ਕੇ ਲਗਾਏ ਨੇ, ਗੱਡੀਆਂ ਬੰਬ ਤੱਕ ਕਲਾਸ਼ਨਕੋਵ ਤੱਕ ਹਰ ਇੱਕ ਚੀਜ਼ ਉਹਨਾਂ ਦੇ ਘਰੋਂ ਬਰਾਮਦ ਹੋਈ ਹੈ। ਨਕਲੀ ਨੋਟ ਹੋਏ ਨੇ, 2 ਬੋਰੀਆਂ ਨੋਟਾਂ ਦੀਆਂ ਸੀ, ਨਕਲੀ ਨੋਟਾਂ ਵਾਲੀ ਮਸ਼ੀਨ ਸੀ। ਫਿਰ ਸਾਡੀ ਵਾਲਦਾਂ ਦੀ ਉਹ ਲਗਾਏ ਨੇ ਵੀਡੀਓ ਵੀ, ਕੈਮਰੇ ਲੱਗੇ ਸੀ ਉਹਨਾਂ ਦੇ ਅੱਗੇ ਜਦੋਂ ਮਾਰ ਰਿਹਾ ਸਨ, ਉਹ ਪੁਲਿਸ ਵਾਲੇ ਵੀਡੀਓ ਵੀ ਵਿੱਚੋਂ ਅੰਦਰੋਂ ਕੱਢ ਕੇ LCD ਤੱਕ ਲੈ ਕੇ ਗਏ ਚਲੇ ਨੇ। क्यों नहीं सारा इशू होया मीडिया के सामने। ये इनका कहना है जिनकी वालदा का मर्डर किया गया है, बकौल इनके कि जी जो लोग वहाँ यहाँ से गिरफ्तार हुए हैं, जिन लोगों को पकड़ा गया है, उनके घर से नाजायज़ असलहा भी मिला है। इवन कि ये बता रही हैं बकौल इनके, तो ये मीडिया पे बात क्यों नहीं आ सकी, ये कह रही है क्यों नहीं आ सकी जी की वजह से वीडियो कितने गई सारी। ਉਹ ਪੁਲਿਸ ਵਾਲੇ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਕੁਝ। ਇਕਬਾਲ ਟੋਨ ਵਾਲੇ ਨੇ ਪੁਲਿਸ ਇਕਬਾਲ ਟੋਨ ਵਾਲੇ। ਹਾਂਜੀ ਅੱਛਾ, ਤੇ ਹੁਣ ਤੁਸੀਂ ਦੱਸੋ ਕਿ ਹੁਣ ਤੱਕ ਦੇ ਹੁਣ ਮਾਮਲਾ ਅਸੀਂ ਇਹੀ ਕਹਿ ਰਹੇ ਹਾਂ ਕਿ ਹੁਣ ਨੈਬ ਸੌਂ ਗਿਆ। ਨੈਬ ਇਹਨਾਂ ਦੇ ਘਰ ਫੜੇ, ਜਿਹੜੇ ਘਰ ਲੋਕਾਂ ਕੋਲੋਂ ਖੋ ਕੇ ਕਬਜ਼ੇ ਕੀਤੇ ਨੇ ਇਹਨਾਂ ਨੇ, ਪੂਰਾ ਮਹੱਲਾ ਖਰੀਦਿਆ ਹੋਇਆ ਇਹਨਾਂ ਨੇ। ਦੱਸੋ ਇਹਨਾਂ ਦਾ ਕੀ ਕਾਰੋਬਾਰ ਹੈ ਜਿਹੜਾ ਇਹਨਾਂ ਦੇ ਕੋਲ ਇੰਨਾ ਰੁਪਈਆ ਲੋਕਾਂ ਨੂੰ ਕਹਿੰਦੇ ਅਸੀਂ ਨੋਟਾਂ ਦੀਆਂ ਬੋਰੀਆਂ ਖੋਲਾਂਗੇ ਤੁਹਾਨੂੰ ਕਤਲ ਕਰਨ ਲਈ। ਅਸੀਂ ਇੱਕ ਪੁਲਿਸ ਵਾਲਾ ਅਫਸਰ ਅਸੀਂ ਖਰੀਦਾਂਗੇ। ਅਸੀਂ ਇਹ ਉਹਨਾਂ ਨੇ ਕਿਹਾ। ਹਾਂਜੀ, ਇਹ ਉਹਨਾਂ ਦੀਆਂ ਬੋਲੀਆਂ ਸੀ ਲੜਾਈ ਤੋਂ ਪਹਿਲੇ ਦੀਆਂ ਕਿ ਅਸੀਂ ਤੁਹਾਡੇ ਨਾਲ ਉਹ ਕਰਾਂਗੇ, ਪੂਰਾ ਮਹੱਲਾ याद करेगा कि असी किसी नाल ज़्यादती की सी। ये जी इमरान खान साहब हमारे प्राइम मिनिस्टर हैं, बड़े मोतबर हैं, वज़ीर आला पंजाब उस्मान बुज़दार साहब, IG साहब IG पंजाब जो हैं, उनसे गुजारिश है कि इस केस की जो तफ्तीश है वो सही जो है मेरिट पर होनी चाहिए। और यही गुजारिश है क्योंकि यहाँ जो SSP इन्वेस्टिगेशन लाहौर हैं इमरान किश्वर साहब, उनसे भी हम गुजारिश करेंगे क्योंकि इमरान किश्वर साहब जो हैं उन्होंने बहुत सारे इससे पहले भी गरीबों के मस्किनों के मसाइल हल किए हैं। और हमारी भी आज के इस प्रोग्राम के ज़रिए से यही गुजारिश भी और कोशिश भी है कि इस मज़लूम ख़ानदान को इंसाफ मिले। जिस तरीके से उन्होंने बताया कि एक बुज़ुर्ग को कितने लोग मारे थे जी, 4 जने थे, 4 लोग, 4 मर्द एक बुज़ुर्ग औरत को, 60 साल औरत को मार रहे थे, उसको पटक पटक कर गली में घसीट रहे थे, उसके ऊपर छलांगे मार मार कर उसकी टांगें तोड़ रहे थे। तो ये सुन के ही रोंगटे खड़े हो जाते हैं। तो इस पर अगर उनको कानून के मुताबिक सज़ा नहीं मिलती तो फिर कानून पर या जो लोगों का एक एतमाद है वो किस तरह से बहाल हो सकता है। ਹੁਣ ਦੱਸੋ ਜੀ, ਹੁਣ ਤੱਕ ਦੇ ਮਾਮਲਾਤ ਕੀ ਤੁਹਾਨੂੰ ਲੱਗ ਰਹੇ ਨੇ। ਸਰ ਜੀ ਰਾਤੀ ਰੇਡ ਕਰਨ ਗਏ ਨੇ, ਮੇਰੇ ਭਾਈ ਨਾਲ ਗਏ ਨੇ, ਉਹਨਾਂ ਕਿਹਾ ਬੰਦੇ ਉੱਥੇ ਫੇਰਿਆ ਨੇ ਸਰੇਆਮ, ਨਈਮ ਖਾਨ ਦੀ ਜ਼ਮਾਨਤ ਨਹੀਂ ਹੋਈ, ਉਹ ਐਸੇ ਆਜ਼ਾਦ ਫੇਰਿਆ ਹੈ। ਰਾਤੀ ਪੁਲਿਸ ਦੀ ਗੱਡੀ ਗਈ ਹੈ ਤੇ ਅੱਗੋਂ ਬੰਦਿਆਂ ਨੂੰ ਫੌਰੀ ਤਲਾਹ ਮਿਲ ਗਈ ਜੀ ਭੱਜੋ ਅਸੀਂ ਰੇਡ ਕਰਨ ਲੱਗੇ ਹਾਂ। ਉਹਨਾਂ ਨੇ ਫਾਇਰਿੰਗ ਕੀਤੀ ਹੈ, ਜਿਹੜੇ ਉਹਨਾਂ ਦੇ ਮੌਜੂਦਾ ਬੰਦੇ ਅੰਦਰੋਂ ਨਿਕਲੇ ਨੇ, ਸਰੇਆਮ ਫਾਇਰਿੰਗ ਹੋਈ ਹੈ। ਭਾਈ ਕਹਿੰਦਾ ਭਾਈ ਤੁਸੀਂ ਵੀ ਸਾਡੇ ਨਾਲ ਚੱਲੋ, ਕਹਿੰਦੇ ਯਾਰ ਆਪੇ ਜਾ ਕੇ ਫੜ ਲਓ ਤੁਸੀਂ, ਅਸੀਂ ਕੀ ਉਹਨਾਂ ਨੂੰ ਫੜਨਾ ਹੈ। ਪੁਲਿਸ ਕਹਿ ਰਹੀ ਹੈ, पूरी गड्डी कह रही है पुलिस वालियां दी कि नहीं असी नहीं फड़ सकते, तुसी इन्हां दे पिछे भजो। ये है जिस वक्त सिचुएशन इकबाल टाउन थाना पुलिस की, और हमारी IG पंजाब उनसे गुजारिश है कि खुदा रहा अब अगर ऐसा अगर आप मज़लूमीन ने ही पकड़ना है मुलजमान को या कातिलों को, तो फिर पुलिस जो है उसकी क्या कारकर्दगी है, उसका क्या मामलात हैं। इतनी खौफो हिरास की सिचुएशन है जिस तरह से ये बहन हमें बता रही हैं। और की मामलात ने जी अभी तो खुल के भाई सानू भी बहुत खतरा हैगा, साडे बच्चों ਨੂੰ ਸਾਡੇ ਰਿਸ਼ਤੇਦਾਰਾਂ ਨੂੰ ਖਤਰਾ ਵੇ ਕਿ ਜਿਹੜੇ ਵਿਚਾਰੇ ਵਿੱਚ ਨਹੀਂ ਵੀ ਸਾਡੇ ਨਾਲ ਟੁਰ ਰਹੇ ਨੇ ਉਹਨਾਂ ਨੂੰ ਵੀ ਖਤਰਾ ਹੈ। ਕਿਹਦੇ ਤੇ ਕਰਵਾਈ ਹੈ? ਮੁਦਈ ਕੌਣ ਹੈ ਇਹਦੇ ਦਾ? ਇਮਰਾਨ? ਹਾਂਜੀ ਇਮਰਾਨ ਭਾਈ ਨੇ ਮੁਦਈ ਤੁਹਾਡੇ ਭਾਈ ਲੱਗਦੇ ਨੇ? ਹਾਂਜੀ ਭਾਈ ਨੇ ਛੋਟੇ ਮੇਰੇ, ਯਾਨੀ ਬਜ਼ੁਰਗ ਉਹਨਾਂ ਦੇ ਵਾਲਦਾ? ਹਾਂਜੀ ਉਹਨਾਂ ਦੀ ਵਾਲਦਾ। ਅੱਛਾ, ਕੀ ਤੇ ਸਰ ਜੀ ਇੰਨਾ ਬੁਰਾ ਹਾਲ ਕੀਤਾ ਕਿ ਅਸੀਂ ਤੁਹਾਡਾ ਮੇਨ ਮੁਲਜ਼ਮ ਕੌਣ ਹੈ? ਆਪਣੀ ਵਾਲਦਾ ਨੂੰ ਛੁਡਾ ਨਹੀਂ ਸਕੇ ਅਸੀਂ ਇਹਨਾਂ ਦੇ ਕੋਲੋਂ।
ਸਾਡੀ ਇੰਨੀ ਹਿੰਮਤ ਨਹੀਂ ਸੀ ਆਪਣੀ ਵਾਲਦਾ ਨੂੰ ਕਹੀਏ ਸਾਰਾ ਵੀ ਕੋਲਾ ਦਾ ਮਾਸਾ ਛੱਡ ਦੋ ਸਾਡੀ ਵਾਲਦਾ ਨੂੰ ਜੋ ਹਾਲਾਤ ਕੀਤਾ क्या गुजर रही होगी इन बहनों पर और उनके बच्चों पर जिनकी मां को सरे राह बड़ी बेरहमी से मारा जा रहा था, कत्ल किया जा रहा था। दिन दिहाड़े 12 बजे के करीब मोहल्ले के अंदर एक बुजुर्ग मां को 4 से 5 अफराद मारते हैं और उसके जो बच्चे हैं उस बुजुर्ग मां के, उसकी बेटियां, उसके बेटे, वो दुआएं देते हैं खुदारा हमारी मां को छोड़ दो। बज़ाहिर जो वजह समझ में आ रही वही है कि उनको पहले से गुस्सा था इस ख़ानदान पर, ख़ासकर उन बुज़ुर्ग जो वालदा हैं उन पर, इन जो कातिल हैं जो, क्योंकि इससे पहले भी कुछ मामलात थे जिसके बारे में वो पुलिस को इतला दे रही थी कि इनके मामलात ठीक नहीं है। CCPO साहिब को उनके खिलाफ जो है इन्होंने दरख्वास्त दे रखी थी। फिर एक लड़ाई होती है बच्चों की छोटी सी, उस लड़ाई की वजह बनाकर एक उस औरत को, उस बुजुर्ग माँ को इतनी बेरहमी से मारा गया कि वो जान पर ना हो सकी, उसकी जान ही चली गई। इस वक्त उन्हीं बुजुर्ग वालदा की जो बेटियां हैं, रिलेटिव्स हैं, वो बता रहे हैं सारे मामला। आप क्या कहेंगी, सारे इतना बड़ा जुल्म हो गया आप लोगों पे, क्या कहेंगी इस हवाले से? ਸਰ ਸਾਡੇ ਤੇ ਇਹ ਹੈਗੀ ਇਮਰਾਨ ਖਾਨ ਸਾਹਿਬ ਦੇ ਅੱਗੇ ਸਾਡੀ ਅਪੀਲ ਹੈ ਸਾਨੂੰ ਇਨਸਾਫ ਮਿਲਿਆ ਜਾਏ। ਜਿਹੜੇ ਸਾਡੇ ਬੱਚਿਆਂ ਨੂੰ ਧਮਕੀਆਂ ਲਾ ਰਹੇ ਨੇ ਇਹਨਾਂ ਕੋਲੋਂ ਇਹਨਾਂ ਨੂੰ ਫੜਨ। ਬਹੁਤ ਕੀ ਧਮਕੀਆਂ ਲਾ ਰਹੇ ਨੇ ਹੁਣ? ਜੇ ਅਸੀਂ ਤੁਹਾਡੇ ਬੱਚੇ ਵੀ ਮਾਰਦੇ ਨੇ, ਪੁਲਿਸ ਵਾਲਿਆਂ ਨੇ ਕਹਿੰਦੇ ਪੈਸੇ ਫੜੋ ਸਾਡੇ ਕੋਲੋਂ, ਅਸੀਂ ਇਹਨਾਂ ਦੇ ਬੱਚਿਆਂ ਨੂੰ ਵੀ ਮਾਰਨਾ ਹੈ, ਅਸੀਂ ਇਹਨਾਂ ਨੂੰ ਵੀ ਮਾਰਨਾ ਹੈ। ਇੰਨੀ ਦੁਸ਼ਮਣੀ ਕਿਉਂ ਹੋ ਗਈ ਉਹਨਾਂ ਦੀ ਤੁਹਾਡੇ ਨਾਲ? ਇਹ ਬਸ ਮਕਾਨ ਦੀ ਵਜ੍ਹਾ ਤੋਂ ਹੀ ਹੋਈ ਏ। ਮਕਾਨ ਹੀ ਉਹਨਾਂ ਨੇ ਖੋਹ ਲਿਆ ਸੀ ਮੇਰੀ ਆਂਟੀ ਕੋਲੋਂ। ਮਕਾਨ ਖੋਇਆ ਤਾਂ ਉਹਨਾਂ ਨੇ ਕਿਹਾ ਤੁਸੀਂ ਮੇਰਾ ਮਕਾਨ ਕਿਉਂ ਖੋ ਰਹੇ ਹੋ? ਮੈਂ ਬੇਵਾ ਔਰਤ ਹੀ ਗਈ ਆ ਤੇ ਤੁਸੀਂ ਮੇਰਾ ਮਕਾਨ ਖੋਹਣ ਦੇ ਜੇ। ਨਾ ਮੇਰਾ ਕੋਈ ਅੱਗੇ ਆਸਰਾ, ਨਾ ਕੋਈ ਮੇਰਾ ਪਿੱਛੇ ਆਸਰਾ ਹੈ। ਤੇ ਐਸੇ ਬਹਾਨੇ ਜੀ ਉਹਨਾਂ ਨੇ ਕਿਹਾ ਨਹੀਂ ਨਹੀਂ ਅਸੀਂ ਲੈਣਾ ਮਕਾਨ, ਤੇਰੇ ਪੁੱਤਰ ਨੂੰ ਅਸੀਂ ਪੈਸੇ ਦਿੱਤੇ ਨੇ। ਹਾਲਾਂਕਿ ਉਹਨੇ ਪੈਸੇ ਕੋਈ ਨਹੀਂ ਲਏ, 2 ਲੱਖ ਦਿੱਤੇ ਜਾਂ 3 ਲੱਖ ਲਈ ਲਿਆ ਹੋਏਗਾ। ਇਹਦੇ ਉੱਤੇ ਉਹਨੇ ਕੁਝ ਨਹੀਂ ਲਿਆ। ਇਹਨਾਂ ਨੇ ਸੂਦ ਬਣਾਇਆ, ਸੂਦ ਬਣਾ ਕੇ ਇਹਨਾਂ ਨੇ ਕਹਿਤਾ ਜੀ ਅਸੀਂ ਤੇ ਤੁਹਾਨੂੰ ਪੈਸੇ ਹੀ ਬੜੇ ਦੇਤੇ ਨੇ, ਸਾਡੇ ਪੈਸੇ ਦੇ। ਠੀਕ ਹੈ। ਫਿਰ ਜਿਹੜਾ ਇਹਦਾ ਕਾਰੋਬਾਰ ਸੀ ਬੱਚੇ ਦਾ, ਮੇਰੇ ਬਹਿਨੋਈ ਦਾ, ਉਹਨਾਂ ਨੇ ਕਾਰੋਬਾਰ ਵੀ ਛੀਨ ਲਿਆ। ਇਹ ਕਿੰਨੇ ਸੇ ਤੋਂ ਰਹਿ ਰਹੇ ਨੇ ਇੱਥੇ ਆ ਲੋਕ? ਸਾਰੀ ਜ਼ਿੰਦਗੀ ਇੱਥੇ ਗੁਜ਼ਰ ਗਈ ਇਹਨਾਂ ਦੀ। ਇਹਨਾਂ ਦੇ ਵੱਡੇ ਵੀ ਇੱਥੇ ਹੀ ਰਹਿ ਕੇ ਮਰ ਗਏ ਨੇ। ਤੇ ਹੁਣ ਇਹ ਵੀ ਜਿਹੜੀ ਇਹਨਾਂ ਦੀ ਹੈਗੀ ਸਰਤਾਜੀ, ਉਹ ਕਹਿੰਦੀ ਤੁਸੀਂ ਮਾਰੋ ਇਹਨਾਂ ਨੂੰ, ਮੈਂ ਬੈਠੀ ਆ ਤੁਹਾਡੇ ਪਿੱਛੇ ਪੈਸਾ ਲਾਉਣ ਵਾਲੀ। ਇਹਨਾਂ ਮੈਂ ਕਰਦੇ ਨੇ ਧੰਦਾ, 2 ਨੰਬਰ ਧੰਦਾ ਕਰਦੇ ਨੇ। ਸਾਡੇ ਵਰਗੇ ਇੱਜ਼ਤਦਾਰ ਲੋਕ ਨਹੀਂ ਬਾਹਰ ਨਿਕਲਦੇ। ਅਸੀਂ ਆਪਣੇ ਘਰਾਂ 'ਚ ਰਹਿੰਦੇ, ਆਪਣੇ ਬੱਚਿਆਂ ਨੂੰ ਅੰਦਰ ਰੱਖਨੇ ਆ। ਇਹ ਕਦੀ ਜਿੱਥੇ ਦਿਲ ਕਰਦਾ ਫਾਇਰਿੰਗ ਕਰ ਦਿੰਦੇ ਨੇ, ਸ਼ਰਾਬਾਂ ਪੀਂਦੇ ਨੇ, ਚਰਸਾਂ ਪੀਂਦੇ ਨੇ। ਨਹੀਂ ਪੁਲਿਸ ਵਾਲੇ ਕੋਈ ਕੁਝ ਕਰਦੇ ਨਹੀਂ, ਉਹ ਕਹਿੰਦੇ ਨੇ ਜੀ ਪੁਲਿਸ ਵਾਲੇ ਤਾਂ ਸਾਡੇ ਖਰੀਦੇ ਹੋਏ ਨੇ। ये जी मेरी ज़ाती तौर पर गुजारिश है SSP इन्वेस्टिगेशन इमरान किश्वर साहब से, क्योंकि उनके साथ काफ़ी प्रोग्राम्स कर चुके हैं हम, उनसे हम गुजारिश करेंगे जी इस केस को जो है मेरिट पर हमेशा जैसे वो काम करते हैं मेरिट पर देखें और इस मजलूम ख़ानदान को इंसाफ दिलाएं। क्योंकि जो मामलात ये बता रहे हैं यहाँ पर ये लग रहा है कि लोकल जो इलाके की पुलिस है उसको या तो बहुत डरती है इनसे, या कोई मामलात हैं मुबैना तौर पर। तो ये चीज़ें जो है वो देखने चाहिए। हमारी यही गुजारिश है जुर्म बेनकाब प्रोग्राम की कि हम यही आवाज़ इन गरीबों की बता सकें। ये कोई दूर दराज इलाका नहीं है, कानून नाफिज करने वाले इदारे या कानून की बालादस्ती इन इलाकों में नज़र नहीं आती बाज़ औक़ात। तो ये लोग फिर ये कहने पर मजबूर होते हैं जी कि हमारा तो कोई वली वारिस नहीं है। ਗਰੀਬਾਂ ਦਾ ਇੱਥੇ ਤਾਂ ਵਾਰਸ ਨਹੀਂ ਉਹਨਾਂ ਦੇ ਹੁੰਦੇ ਨੇ ਜਿਨ੍ਹਾਂ ਕੋਲ ਪੈਸੇ ਹੁੰਦੇ ਨੇ। ਸਾਡੇ ਕੋਲ ਪੈਸਾ ਨਹੀਂ ਹੈਗਾ,
ਤੇ ਉਹਨਾਂ ਕੋਲ ਪੈਸਾ ਹੈਗਾ, ਉਹਨਾਂ ਕੋਲ ਹਰਾਮ ਦਾ ਮਾਲ ਹੈ, ਸਾਡੇ ਕੋਲ ਹਰਾਮ ਦਾ ਮਾਲ ਨਹੀਂ ਹੈਗਾ। ਅਸੀਂ ਹੱਕ ਹਲਾਲ ਦੀ ਰੋਟੀ ਕਮਾਣੀ ਹੈ, ਹੱਕ ਹਲਾਲ ਦੀ ਰੋਟੀ ਉਹੀ ਬੱਚੇ ਆਪਣਿਆਂ ਨੂੰ ਖਵਾਉਣੀ ਹੈ। ਸਾਡੇ ਬੰਦੇ ਸਾਨੂੰ ਰਾਤ ਨੂੰ ਲਿਆ ਕੇ ਦਿੰਦੇ ਨੇ, ਅਸੀਂ ਉਹੀ ਆਪਣੇ ਬੱਚਿਆਂ ਨੂੰ ਖਵਾਉਣਾ ਹੁੰਦਾ। ਇਹਨਾਂ ਕੋਲ ਪੈਸਾ ਫालतू ਹੈ, ਬਾਹਰ ਚਰਸਾਂ ਵੇਚਦੇ ਨੇ, ਪਾਊਡਰ ਵੇਚਦੇ ਨੇ। ਇਹ ਤੁਸੀਂ ਕਿਸ ਪਤਾ ਤਰ੍ਹਾਂ ਨਹੀਂ ਕਹਿ ਕੀ-ਕੀ ਸਕਦੇ ਹੋ? ਕਰਦੇ। ਸਾਰੇ ਆਮ ਵੇਚਦੇ ਨੇ, ਸਭ ਨੂੰ ਪਤਾ ਹੈ। ਤੇ ਇਹਨਾਂ ਦੇ ਖਿਲਾਫ ਰਿਪੋਰਟ ਕਿਉਂ ਨਹੀਂ ਕੀ ਕਿਸੇ ਨੇ ਕਰਾਈ? ਕੋਈ ਡਰਦਾ ਹੀ ਨਹੀਂ ਕਰਦਾ ਜੇ। ਮਹੱਲੇ ਦੇ ਵਿੱਚ ਇੱਕ ਕ੍ਰਿਸਚਨ ਮਰ ਗਿਆ, ਉਹਦੀ ਲੱਤ ਤੇ ਇਹਨਾਂ ਨੇ ਫੈਰ ਮਾਰਿਆ 2 ਲੱਖ ਰੁਪਏ ਦੇ ਕੇ। ਚਲੋ ਜੀ ਅਸੀਂ ਪੈਸੇ ਦੇ ਦਿੰਨੇ ਆ, ਲੱਖ ਦੇਤਾ, 2 ਲੱਖ ਦੇਤਾ, ਕਿਸੇ ਨੂੰ 50,000 ਦੇਤਾ। ਜਿਹਨੂੰ ਫੈਰ ਮਾਰਿਆ ਇੰਨਾ ਕੁ ਪੈਸਾ ਦਿੰਦੇ ਨੇ ਤੇ ਚਲੋ ਜੀ ਮਾਮਲਾ ਇਕੱਠੇ ਠੰਡੇ ਹੋ ਜਾਂਦੇ ਨੇ। ਲਿਆ ਸਾਡੀ ਜਿਹੜੀ ਆਂਟੀ ਸੀ ਉਹਦੇ ਨਾਲ ਇਹਨਾਂ ਨੇ ਬਹੁਤ ਨਾਇਨਸਾਫੀ ਕੀਤੀ ਏ। ਮਕਾਨ ਦੀ ਵਜ੍ਹਾ ਤੇ ਕੀਤੀ, ਬੱਚੀ ਦਾ ਤੇ ਇੱਕ ਬਹਾਨਾ ਬਣਿਆ। ਉਤੋਂ ਇਹਨਾਂ ਨੇ ਕਿਹਾ ਅਸੀਂ ਇਹ ਬਹਾਨੇ ਨਾਲ ਤੈਨੂੰ ਮਾਰਿਆ ਹੈ ਤੇ ਤੈਨੂੰ ਇੰਜ ਹੀ ਮਾਰਨਾ ਸੀ। ਅਸੀਂ ਤੈਨੂੰ ਕਿਹਾ ਸੀ, ਤੈਨੂੰ ਵਾਰਨਿੰਗ ਦਿੱਤੀ ਸੀ, ਤੈਨੂੰ ਅਸੀਂ ਮਾਰਨਾ ਤੇ ਤੈਨੂੰ ਅਸੀਂ ਕਤਲ ਕਰਨਾ, ਅਸੀਂ ਤੈਨੂੰ ਛੱਡਣਾ ਨਹੀਂ ਏ। ਤੇ ਅਸੀਂ ਘਰ ਚੱਲੇ, ਚੱਲ ਜਾ ਹੁਣ ਜੋ ਹੁੰਦਾ ਜੇ ਤੇ ਕਰ ਲੋ। ਬੁੱਧ ਵਾਲੇ ਦਿਨ ਫੌਤ ਹੋਈ ਏ ਤੇ ਉਹਨਾਂ ਨੂੰ ਪਤਾ ਚੱਲ ਗਿਆ ਬਈ ਅੰਮਾ ਮਰ ਗਈ ਏ। ਉਹਨਾਂ ਨੇ ਅੰਦਰੋਂ ਫਾਇਰਿੰਗ ਕਰਦੇ ਆਏ ਨੇ ਬਾਹਰ। ਉਹ ਸਾਡਾ ਮਹਿਮਾਨ ਆਇਆ ਹੋਇਆ ਸੀ, ਉਹਦੇ ਸਿਰ ਤੇ ਲੱਗੇ ਨੇ ਫੈਰ, ਛੂ ਕੇ ਨਾ ਲੰਘੇ ਨੇ। ਸਾਈਡ ਜ਼ਖਮੀ ਤਾਂ ਨਹੀਂ ਹੋਣਾ ਸੀ, ਉਹਨੂੰ ਇੰਨਾ ਬੁਰੀ ਤਰ੍ਹਾਂ ਜ਼ਖਮੀ ਇਹਨਾਂ ਨੇ ਕਰਤਾ ਫਾਇਰਿੰਗ ਦੇ ਨਾਲ। ਬੱਚੇ ਸੀ ਨਿੱਕੇ ਨਿੱਕੇ ਲੋਕਾਂ ਦੇ, ਸਾਰੇ ਇੱਧਰ ਉੱਧਰ ਭੱਜ ਗਏ। ਮੇਰਾ ਬਹਿਨੋਈ ਖੜਾ ਸੀ, ਉਹ ਸਾਈਡ ਤੇ ਹੋ ਗਏ ਵੀ ਇਹਨਾਂ ਮੈਨੂੰ ਵੀ ਮਾਰਦੇ ਨੇ। ਤੇ ਹੁਣ ਵੀ ਇਹਨਾਂ ਨੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ। ਬਾਹਰ ਸਾਰੇ ਆਮ ਫਿਰਦੇ ਤੋਂ ਨੇ। ਫੜੇ ਨਹੀਂ ਗਏ? ਨਹੀਂ ਫੜੀ ਜੇ। ਅੱਛਾ, ਨਹੀਂ ਫੜੀ ਜੇ, ਬਾਹਰ ਸਾਰੇ ਆਮ ਫਿਰਦੇ ਨੇ। ਉਹਨਾਂ ਉਹ ਕਹਿੰਦੇ ਨੇ ਸਾਨੂੰ ਡਰ ਖਤਰਾ ਹੀ ਕੋਈ ਨਹੀਂਗਾ, ਜੋ ਕਿਸੇ ਨੇ ਕਰਨਾ ਕਰ ਲਿਆ। ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ, ਜਾਨ ਜਿੱਥੇ ਮਰਜ਼ੀ चले जान। ये जी हमारी यही गुजारिश है जी कि इस सारे मैटर की जो है वो मेरिट पर तफ्तीश होनी चाहिए और इस मजलूम ख़ानदान को इंसाफ मिलना चाहिए। मज़ीद हम हक़ाइक़ जानते हैं आज के जुर्म नकाब में कि ये जो लोग इतने पावरफुल हैं कि सबको डरा धमका भी रहे हैं और उनके खिलाफ कार्रवाई भी नहीं कोई हो पा रही। अच्छा, ये लड़ाई कितनी बजे नाल शुरू हुई सी? अच्छा, की ਇਸ ਬੱਚੇ ਤੋਂ ਲੜਾਈ ਹੋਈ ਸੀ। ਹੂੰ ਉਹਨਾਂ ਨੇ ਅੰਮੀ ਨੇ ਹੱਥ ਵੀ ਜੋੜੇ ਸੀ, ਅੱਲਾ ਦਾ ਨਾਮ ਛੱਡ ਤੁਸੀਂ ਦਿਓ। ਬੇਟੀ ਉਹਨਾਂ ਦੇ? ਹਾਂਜੀ। ਬਹੂ ਉਹਨਾਂ ਦੇ? ਹਾਂਜੀ। ਕਤਲ ਕੀਤਾ ਗਿਆ ਜਨਾਬ? ਕਤਲ ਕੀਤਾ ਗਿਆ। ਅੱਛਾ, ਕੀ ਹੋਇਆ ਸੀ? ਅੰਮੀ ਨੇ ਉਹਨਾਂ ਅੱਗੇ ਹੱਥ ਵੀ ਜੋੜੇ ਸੀ, ਅੱਲਾ ਦਾ ਨਾਮ ਜੇ ਛੱਡ ਦਿਓ। ਉਹਨਾਂ ਨੇ ਅੰਮੀ ਨੂੰ ਇੰਨੀ ਬੇਦਲੀ ਨਾਲ ਕੁੱਟਿਆ, ਅੰਦਰੋਂ ਖਿੱਚ ਕੇ ਅੰਮੀ ਨੂੰ ਮਾਰਿਆ। ਬਹੁਤ ਜ਼ੁਲਮ ਹੋਇਆ ਸਾਡੇ ਨਾਲ। ਵੇਖਿਆ ਸਾਰਾ ਆਪਣੇ? ਹਾਂਜੀ, ਮੈਂ ਮੌਕੇ ਦੇ ਉੱਤੇ ਸੀ। ਤੇ ਬਚਾ ਨਹੀਂ ਸਕੇ ਤੁਸੀਂ? ਨਹੀਂ, ਸਾਡੇ ਛੋਟੇ ਛੋਟੇ ਬੱਚੇ ਸੀ, ਪਿੱਛੋਂ ਉਹਨਾਂ ਦੇ ਬੰਦੇ ਇੰਨੇ ਆ ਗਏ ਸੀ। ਘਰ ਦੇ ਵਿੱਚ ਕੋਈ ਵੀ ਨਹੀਂ ਆਇਆ ਸੀ। ਉਹਨਾਂ ਨੇ ਅੰਮੀ ਨਾਲ ਇੰਨਾ ਜ਼ੁਲਮ ਕੀਤਾ, ਸਾਨੂੰ ਇਨਸਾਫ ਚਾਹੀਦਾ। ਬਹੁਤ ਜ਼ਿਆਦਾ ਉਹਨਾਂ ਨੇ ਅੰਮੀ ਨਾਲ ਕੀਤਾ ਜ਼ੁਲਮ। ਤੇ ਇਹਨੇ ਕੀ ਲੜਾਈ ਕੀ ਕੀਤੀ ਬੱਚੇ ਨੇ? ਬੱਚੇ ਨਾਲ ਖੜੀ ਹੋਈ ਸੀ, ਉਹਨਾਂ ਨੇ ਇੱਕ ਬਹਾਨਾ ਹੀ ਬਣਾਇਆ। ਇਹ ਬੱਚੀ ਬਾਹਰ ਖੇਡ ਰਹੀ ਸੀ, ਉਹਨਾਂ ਨੇ ਖੁਦ ਬੱਚੇ ਨੂੰ ਚਪੇਟ ਮਾਰ ਕੇ ਉਹਨਾਂ ਕਿ ਇਸ ਬੱਚੇ ਨੂੰ ਚਪੇਟ ਮਾਰੀਏ। ਅੰਮੀ ਨੇ ਕਿਹਾ ਠੀਕ ਹੈ, ਗੱਲ ਖਤਮ ਕਰੋ, ਅਸੀਂ ਆਪਣੇ ਬੱਚੇ ਨੂੰ ਕੁੱਟ ਲੈਣੇ। ਉਹਨਾਂ ਨੇ ਕੋਈ ਸਬਰ ਨਹੀਂ ਕੀਤਾ, ਕੋਈ ਕੁਛ ਨਹੀਂ ਕੀਤਾ। ਬੰਦੇ ਵੀ ਆ ਗਏ, ਔਰਤਾਂ ਵੀ ਆ ਗਏ, ਗੱਲ ਪੈ ਗਈ। ਇੰਨਾ ਕੋ ਅੰਮੀ ਨੂੰ ਇਕੱਲੇ ਤੁਹਾਡੇ ਵਾਲਦਾਂ ਨੂੰ ਮਾਰਦੇ ਰਹੇ? ਹਾਂਜੀ, ਅੰਮੀ ਨੂੰ ਅਸੀਂ ਸਭ ਬੱਚੇ ਲੈ ਕੇ ਆਪਣੇ ਕੋਲ ਸੀ। ਸਾਨੂੰ ਵੀ ਉਹਨਾਂ ਨੇ ਮਤਲਬ ਕਿ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਅਸੀਂ ਅੰਮੀ ਨੂੰ ਫੜਦੇ ਰਹਿ ਗਏ, ਉਹਨਾਂ ਨੇ ਕੋਈ ਸਬਰ ਨਹੀਂ ਕੀਤਾ। ਅੰਮੀ ਨੂੰ ਉਹਨਾਂ ਨੇ ਖਿੱਚ ਕੇ ਕੁੱਟਿਆ। ਕਿੰਨੇ ਬੰਦੇ ਸਨ? 4-5? 4 ਬੰਦੇ ਸਨ, ਅੰਦਰੋਂ ਖਿੱਚ ਕੇ ਅੰਮੀ ਨੂੰ। ਸਾਡੀ ਇਹੀ ਫੀਲ ਹੈ ਕਿ ਇਮਰਾਨ ਖਾਨ ਅੱਗੇ ਜਾਏ ਤੇ ਸਾਨੂੰ ਇਨਸਾਫ ਚਾਹੀਦਾ, ਬੰਦੇ ਫੜੇ ਜਾਣ। ਬਹੁਤ ਜ਼ਿਆਦਾ ਇੰਨਾ ਕੁ ਹੈ ਨਾ, ਮੇਰੀ ਛੋਟੀ ਬੱਚੀ ਨੂੰ ਉਹਨਾਂ ਨੇ ਸੰਭਾਲਿਆ, ਮੇਰੀ ਬੱਚੀ ਨਹੀਂ ਸੌਂਦੀ, ਸਹੀ ਰਾਤ ਰੋਂਦੀ ਅੰਮੀ ਦੀ ਪਾਲੋਂ। ਸਾਬਰਾ ਬੀਬੀ ਦਾ ਕੋਈ ਕਸੂਰ ਨਹੀਂ। ਇਹਨਾਂ ਪੈਸਿਆਂ ਦੇ ਵੱਡੇ ਮੁੰਡੇ ਨੇ ਕਿਤੇ ਸੂਦ ਤੇ ਲੈ ਲੈ, ਪਤਾ ਨਹੀਂ ਉਹਦਾ ਸੂਦ ਕਿੰਨਾ ਬਣ ਗਿਆ। ਤੇ ਉਹਨੇ ਆਖਿਆ ਬਈ ਆਪਦਾ ਸਾਨੂੰ ਮਕਾਨ ਖਾਲੀ ਕਰਕੇ ਦੇ। ਉਸ ਆਖਿਆ ਮੈਂ ਮਕਾਨ ਮਾਂ ਤੇ ਚੋਰੀ ਆਖਿਆ ਮੈਂ ਨਹੀਂ ਕਰਨਾ। ਉਹਨੇ ਆਖਿਆ ਤੈਨੂੰ ਇੱਥੇ ਬਾਹਰ ਗੋਲੀ ਮਾਰ ਦਿਆਂਗੇ, ਤੂੰ ਕਿਵੇਂ ਨਹੀਂ ਮਕਾਨ ਖਾਲੀ ਕਰੇਗਾ। ਇਹ ਫਿਰ ਆ ਕੇ ਸਾਬਰੀ ਤੱਕ ਗੱਲ ਪਹੁੰਚੀ, ਸਾਬਰੀ ਕੋਲ ਗੱਲ ਪਹੁੰਚ ਗਈ। ਸਾਬਰੀ ਉਹਨਾਂ ਦੇ ਬੀਬੀ ਬਾਹਰ ਹੋ, ਤੇਰੇ ਪੁੱਤਰ ਨੇ ਮਕਾਨ ਵੇਚਿਆ। ਉਸ ਆਖਿਆ ਮੇਰਾ ਪੁੱਤਰ ਇਹੋ ਜਿਹਾ ਹੀ ਨਹੀਂ। ਉਸ ਆਖਿਆ ਕਿਉਂ ਨਹੀਂ ਹੋ ਜਾ, ਇਹ ਤਾਂ ਤੇਰੇ ਪੁੱਤਰ ਨੇ ਪੈਸੇ ਲੈ ਲੈਣੇ ਸਾਡੇ ਕੋਲ 12 ਲੱਖ ਰੁਪਈਆ ਤੇ ਇਹਨੂੰ ਮਾਰੋ। ਉਸ ਮਕਾਨ ਪੁੱਤਰ ਸਾਰੇ ਹੱਥ ਜੋੜਨ ਲੱਗ ਗਏ, ਚੁੱਕ ਲਾ ਸਮਾਨ। ਅੰਮੀ ਇਹਨੇ ਸਮਾਨ ਚੁੱਕਿਆ ਤੇ ਉਹ ਲੈ ਲਿਆ ਕਿਰਾਏ ਤੇ। ਗੰਨ ਦੇ ਮਤਾਇਦ ਲੈ ਲਿਆ ਮਕਾਨ, ਉਹਨਾਂ ਦੇ ਨਾਲ ਹੀ ਲੈ ਲਿਆ ਉਸ। ਉੱਥੇ ਉਹਨੇ ਫਿਰ ਆਖਿਆ ਵੀ ਹੁਣ ਉਹ ਲੰਘੇ ਟੱਪੇ ਆਖਣ ਇਹਨੂੰ ਮਾਰ ਦੇਣਾ। ਉਹ ਬੁੱਢੀਆਂ ਆਖਣ ਇਹ ਸਾਬਰੀ ਨਹੀਂ ਛੋੜਨਾ, ਇਹ ਬਦਮਾਸ਼ ਨੂੰ ਨਹੀਂ ਛੋੜਨਾ। ਇਹ ਸਾਬਰੀ ਨੇ ਸੁਣ ਲਿਆ, ਇਸ ਆਖਿਆ ਮੈਨੂੰ ਤੇ ਮਾਰ ਦੇਣਗੇ, ਮੈਂ CCTV ਕੋਲ ਜਾਣਾ। ਸਾਨੂੰ ਤਾਂ ਪਤਾ ਵੀ ਨਹੀਂ ਲੱਗਾ ਕਿਹੜੇ ਟਾਈਮ ਚਲੀ ਗਈ, CCTV ਚਲੀ ਗਈ। ਇਹ ਯਾਨੀ ਕਿ ਮਾਮਲਾ ਉਹਨਾਂ ਦੇ ਕਤਲ ਤੋਂ ਪਹਿਲਾਂ ਲੜਾਈ ਘਰ ਦੀ ਚੱਲ ਰਹੀ ਸੀ ਕਿ ਇਹ ਸੂਦ ਵਗੈਰਾ ਦਾ ਕੋਈ ਮਾਮਲਾ ਸੀ? ਸੂਦ ਦੇ ਚੱਕਰਾਂ 'ਚ ਘਰ ਤੇ ਕਬਜ਼ਾ ਕਰ ਲਿਆ ਸੀ। ਸੂਦ ਵੀ ਕੋਈ ਨਹੀਂ ਸੀ ਹੁੰਦਾ ਹੈਗਾ, ਸੂਦ ਵੀ ਇੰਨਾ ਨਹੀਂ ਸੀ। 2-3 ਲੱਖ ਰੁਪਇਆ ਲਿਆ ਤਾਂ 2-3 ਲੱਖ ਦਾ ਉਹਨਾਂ ਨੇ ਸੂਦ ਬਣਾ ਲਿਆ।
ਉਹੀ ਨਾ ਉਹਨਾਂ ਨੇ ਇੰਨਾ ਬਿਆਨ 2 ਲੱਖ रुपया कर्जा लिया तो उन्होंने 12 लाख सूद करके बनाता, फिर घर तक कब्जा कर रहा है। हाँ जी। ये जी मामलात हैं जी, ये यहाँ पर हमारी गुजारिश है कि अगर एक तो सूदखोरी का कारोबार हो रहा था यहाँ पर, या सूद चल रहा था, कोई बंदा एक नेटवर्क चला रहे थे ये लोग, तो फिर इन लोगों के साथ एक तो घर पर कब्जा करने की ज्यादती, उसके बाद ये सब लोग बता रहे हैं उस मकतूल जो वालदा है उनके रिश्तेदार, कि इन लोगों को गुस्सा था कि सीसीपीओ साहब को एप्लीकेशन क्यों दी, कि बड़े अफसर जो हैं पुलिस के, उनको आपने एप्लीकेशन दी हुई है, उसी वजह से उन लोगों ने बकौल इन लोगों के उन्होंने मारा और मार कर उसकी जान ले ली। और ये सारे मामलात हैं। यहाँ पर हम गुजारिश करेंगे आईजी पंजाब उनसे, वज़ीर आला पंजाब उस्मान बुज़दार साहब से और इमरान खान साहब से कि ये मामलात हैं, इस केस की तहकीकात की जाए। कौन लोग हैं जो इतने ताकतवर हैं जो कि किसी की माँ को गली में दिन दिहाड़े मार रहे हैं, उस पर तशद्दुद कर रहे हैं, उसको कत्ल कर रहे हैं, उसकी जान ले रहे हैं और फिर दंदनाते फिर रहे हैं। और माजरत के साथ हमारी पुलिस बेबस नजर आती है कि जी बातें करवा लें आप माजरत के साथ। हम बहुत रिस्पेक्ट करते हैं जी पंजाब पुलिस की, पूरे पाकिस्तान में जो हमारे जो पुलिस अफसरान हैं उनकी बड़ी कुर्बानियाँ उनकी, लेकिन बाज़ जगहों पर कुछ ऐसे मामलात भी नजर आते हैं जिन पर दिल खून के आंसू होता है कि आंखों देखा हाल, उसके बावजूद जो पुलिस है वो गरीब का साथ देने की बजाय, मजलूम का साथ देने की बजाय जालिम का मुबैना तौर पर बाज़ औक़ात साथ दे रही होती है। और यही मामला जहाँ पर है, हम गुजारिश करेंगे जी इस पूरे ख़ानदान को, इस पूरे इलाके में जो दहशत फैली हुई है उन लोगों की वजह से इस ख़ानदान को भी इंसाफ मिले और कानून के मुताबिक उन जालिमों को सज़ा भी मिलनी चाहिए। बात करते हैं जी इनके फैमिली मेंबर से, इनको क्या धमकियां दी गई हैं? भाई मैंने वॉइस गाई कि ਉਹਨਾਂ ਨੇ ਕਹੇ ਨੇ ਕਿ ਤੈਨੂੰ ਅਸੀਂ ਜਾਨ ਤੋਂ ਮਾਰਾਂਗੇ। ਅੱਛਾ, ਠੀਕ ਤੁਸੀਂ ਕੀ ਹੈ। ਲੱਗਦੇ ਉਹਨਾਂ ਦੇ ਮਕਤੂਲਾ ਦੇ? ਮੇਰੀ ਪੁੱਫੋ ਸਨ। ਅੱਛਾ। ਮੈਂ ਉਹਨਾਂ ਦਾ ਭਤੀਜਾ। ਹੂੰ। ਤੇ ਤੈਨੂੰ ਜਾਨ ਤੋਂ ਮਾਰਾਂਗੇ, ਠੀਕ ਹੈ, ਤੂੰ ਸਾਨੂੰ ਬਾਹਰ ਨਿਕਲ ਕੇ ਵਾਹਾ, ਤੈਨੂੰ ਅਸੀਂ ਫੈਰ ਹੀ ਮਾਰ ਦਾਂਗੇ, ਤੈਨੂੰ ਛੱਡਣਾ ਨਹੀਂ ਅਸੀਂ। ਮੇਰੇ ਕੋਲ ਜਿੰਦੀਆਂ ਇਹ ਵੌਇਸ ਕਤਲ ਕਰਨ ਤੋਂ ਬਾਅਦ ਦੀ ਗੱਲ ਜੀ ਹੈ? ਇਹ ਬਾਅਦ ਦੀ ਗੱਲ ਹੈ, 2 ਦਿਨ ਬੱਚੇ ਤੋਂ ਬਾਅਦ ਦੀ ਗੱਲ ਹਾਂਜੀ, ਹੈ? 2 ਦਿਨ ਬਾਅਦ ਦੀ ਗੱਲ ਹੈ। ਅੱਛਾ, ਤੇ ਪੁਲਿਸ ਨੇ ਫੜਿਆ ਨਹੀਂ ਉਹਨਾਂ ਨੂੰ ਹੁਣ ਤੱਕ? ਸਾਹਿਬ 25 ਡੀ ਦੀ FIR ਹੈ ਮੇਰੀ ਅੱਛਾ। ਥਾਣੇ ਕਬਾਲਟੋਨ। ਤੇ ਉਹਨਾਂ ਨੂੰ ਸਾਹਿਬ ਪਿੱਛੇ ਪੁਲਿਸ ਚਲੀ ਹੈ, ਇੱਕ ਨੇ ਬੇਲਾਂ ਦੋਨਾਂ ਤਿੰਨਾਂ ਨੇ ਕਰਾਈਆਂ ਸਨ, ਇੱਕ ਦੀ ਖਾਰਜ ਹੋ ਗਈ ਨਈਮ ਖਾਨ ਦੀ। ਉਹ ਸਾਈਡ ਡੇਲੀ ਇੱਥੇ ਲੰਘਦਾ ਟੱਪਦਾ ਹੈ, ਠੀਕ ਹੈ। 504 ਮੇਰੀ ਵਰਕਸ਼ਾਪ ਆਏ ਨੇ, ਉੱਥੇ ਆ ਕੇ ਤੇ ਮੇਰਾ ਪੁੱਛਦੇ ਰਹੇ ਨੇ ਚਾਂਦ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਬਹਿੰਦਾ ਖਲੋਂਦਾ ਹੈ। ਅੱਛਾ। ਤੇ ਬਿਲਕੁਲ ਸਾਈ ਸਾਨੂੰ ਇਹਦਾ ਮਤਲਬ ਕਿ ਜਾਨੀ ਖਤਰਾ ਹੈ ਸਾਨੂੰ ਉਹਨਾਂ ਕੋਲ। ਤੁਹਾਨੂੰ ਕਿ ਯਾਨੀ ਕਿ ਤੁਹਾਡੀ ਵਾਲਦਾ ਨੂੰ ਕਤਲ ਕਰਨ ਦੇ ਬਾਵਜੂਦ ਜੀ। ਜਿਹੜਾ ਵੇ ਉਹ ਮਜ਼ੀਦ ਤੁਹਾਨੂੰ ਧਮਕਾ ਰਹੇ ਨੇ? ਜੀ ਮੇਰੀ ਪੁੱਪੋ ਦੇ ਕਤਲ ਹੋਣ ਤੋਂ ਬਾਅਦ ਉਹ ਕਹਿ ਰਹੇ ਨੇ ਜੀ ਸਾਡੀ ਸੁਲ੍ਹਾ ਚਾਂਦ ਨਹੀਂ ਹੋਣ ਦੇ ਰਿਹਾ, ਸਹੀਕਾਰੀ ਗੱਡੀਆਂ ਦਾ ਕੰਮ ਸ਼ਮ ਸੁਲ੍ਹਾ ਵੀ ਕਰਨਾ ਚਾਹ ਰਹੇ ਨੇ? ਹਾਂਜੀ, ਸਾਡੇ ਨਾਲ ਸੁਲ੍ਹਾ ਕਰਾਓ, ਠੀਕ ਹੈ। ਹਾਂਜੀ ਬੀਬੀ ਜੀ, ਤੁਸੀਂ ਦੱਸੋ ਭੈਣ ਜੀ, ਭਾਈ ਮੈਂ ਤੁਹਾਨੂੰ ਦੱਸਿਆ ਇਮਰਾਨ ਖਾਨ ਸਾਹਿਬ ਅੱਗੇ ਕੀ ਅਪੀਲ ਕਰੋਗੇ? ਆਈਜੀ ਸਾਹਿਬ ਕੋਲ ਕੀ ਅਪੀਲ ਕਰੋਗੇ? ਇਹ ਹੈ ਕਿ ਸਾਡੀ ਨਾ ਅਪੀਲ ਸਾਡੀ ਹੈ ਪੂਰੀ ਕਰਨ ਇਸ ਗੱਲ ਨੂੰ ਕਿ ਮੁਜਰਮ ਫੜੇ ਜਾਣ। ਸਾਡੀ ਇਹੀ ਅਪੀਲ ਹੈ ਸਾਡੀ ਉਹਨਾਂ ਦੀ। ਸਾਡਾ ਲਿਹਾਜ਼ਾ ਇਨਸਾਫ ਕੀਤਾ ਜਾਏ। ਸਾਨੂੰ ਇਹ ਜੋ ਸਾਡੇ ਖਿਲਾਫ ਹੈ ਸਾਡੇ ਉਲਟ ਝਾੜ ਲਏ, ਇਹਨਾਂ ਨੂੰ ਫੜਿਆ ਜਾਏ। ਇਹਨਾਂ ਨੂੰ ਫੜ ਕੇ ਇਹਨਾਂ ਜੋ ਇਹਨਾਂ ਨੇ ਜੁਰਮ ਕੀਤਾ ਇਹਦੀ ਸਜ਼ਾ ਮਿਲੀ ਜਾਏ ਇਹਨਾਂ ਨੂੰ। ਲਿਹਾਜ਼ਾ ਸਬੂਤ ਸਾਰੇ ਦਿੱਤੇ ਨੇ ਤੁਸੀਂ ਪੁਲਿਸ ਨੂੰ? ਹਾਂਜੀ, ਕਤਲ ਦਾ ਕਹਿੰਦੇ ਨੇ, ਕਤਲ ਦਾ ਜਵਾਬ ਕਤਲ ਹੁੰਦਾ, ਇਹਨਾਂ ਨੂੰ ਫਾਂਸੀ ਚੜਾਇਆ ਜਾਏ ਕਾਨੂੰਨ ਦੇ ਮੁਤਾਬਿਕ। ਹਾਂਜੀ, ਅਸੀਂ ਕਾਨੂੰਨ ਦੇ ਮੁਤਾਬਕ ਹੀ ਚੱਲਾਂਗੇ। ਅਸੀਂ ਨਹੀਂ ਕਹਿੰਦੇ ਅਸੀਂ ਕਰੀਏ ਕੁਛ ਨਾਲ, ਅਸੀਂ ਗਰੀਬ ਬੰਦਿਆਂ ਨੇ ਕੀ करना वे। साढ़े कड़े बच्चे ना लाई लाट ही गए, लिहाजा ये जी ये पूरा ख़ानदान जो है वो इंसाफ चाह रहा है और यही चाहते हैं जी कि उन लोगों को कानून के मुताबिक सज़ा दी जाए। लेकिन अब तक के जो मामलात नज़र आ रहे हैं बकौल इनके, अब तक उन लोगों को गिरफ्तार तक नहीं किया जा सका और कुछ ने तो बेल्स करवा ली हैं, लेकिन जिसकी बेल नहीं भी है उसको भी पकड़ा नहीं जा रहा। तो हमारी यही गुजारिश है कि इस पूरे ख़ानदान को इंसाफ दिया जाए और जो जुल्म कर रहे हैं इन गरीबों पर, उनको कानून के मुताबिक सज़ा दी जाए। इस वक्त जी हमारे साथ मौजूद है मकतूल
बुजुर्ग वालदा के बेटे, उनसे हम बात करते हैं इस सारे केस के हवाले से कि क्या मामला है और क्या अब तक इनको इंसाफ मिल सका है, ये क्या कहेंगे आला हुकाम से, किस तरह की ये मदद चाहते हैं हुकूमत से। जी भाई। ਸਰ ਵਾਲਦਾ ਮੇਰੀ ਨੂੰ ਬਹੁਤ ਜ਼ਿਆਦਾ ਬੇਰਹਿਮੀ ਨਾਲ ਮਾਰਿਆ ਗਿਆ। ਮੇਰੀ ਅੱਖਾਂ ਦੇ ਸਾਹਮਣੇ ਮੇਰੀ ਮਾਂ ਨੂੰ ਚੰਡਾ ਮਾਰਦੇ ਰਹੇ, ਠੁੱਡੇ ਮਾਰਦੇ ਰਹੇ। ਮੇਰੇ ਆਉਣ ਤੋਂ ਪਹਿਲਾਂ ਮੇਰੀ ਵਾਲਦਾ ਨੂੰ ਅੰਦਰੋਂ ਵੜ ਕੇ ਇਹਨਾਂ ਨੇ ਕੱਢ ਕੇ ਕੁੱਟਦੇ ਰਹੇ। ਮੈਂ ਅੱਗੇ ਛਡਵਾਇਆ, ਮੈਨੂੰ ਚੁੱਕਣ ਨਹੀਂ ਦਿੱਤਾ ਮੇਰੀ ਵਾਲਦਾ ਨੂੰ। ਜਵੇਦ ਉਰ ਫਾਲੂ ਨੇ, ਅਜ਼ੀਜ਼ ਖਾਂ, ਮੂਨ ਖਾਂ, ਇਹਨਾਂ ਨੇ ਤਿੰਨਾਂ ਨੇ ਰਲ ਕੇ ਨਾ ਮਾਰਿਆ ਤੇ ਮੈਨੂੰ ਚੁੱਕਣ ਨਹੀਂ ਦਿੱਤਾ ਮੇਰੀ ਮਾਂ ਨੂੰ। ਜਦੋਂ ਮੈਂ ਚੁੱਕਣ ਦੀ ਕੋਸ਼ਿਸ਼ ਹਾਂਜੀ, ਜਦੋਂ ਮੈਂ ਮਾਂ ਆਪਣੀ ਨੂੰ ਚੁੱਕ ਰਿਹਾ, ਮੈਨੂੰ ਉੱਤੋਂ ਮੈਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ। ਤੁਹਾਡੀ ਹੋਰ ਕਿਸੇ ਨੇ ਮਦਦ ਨਹੀਂ ਕੀਤੀ? ਕਿਸੇ ਨੇ ਮਦਦ ਨਹੀਂ ਕੀਤੀ। ਐਂਡ 2 ਜਣੇ ਅਜ਼ੀਜ਼ ਆਏ ਮੇਰੇ, ਉਹਨਾਂ ਨੇ ਮਿੰਨਤਾਂ ਕੀਤੀਆਂ ਹੁੰਦੀਆਂ, ਯਾਰ ਤੁਹਾਡੀ ਮਿਹਰਬਾਨੀ ਛੱਡ ਦਿਓ ਇਹਨਾਂ ਨੂੰ। ਮੈਂ ਫਿਰ ਆਪਣੀ ਵਾਲਦਾ ਨੂੰ ਚੁੱਕ ਕੇ ਹਸਪੀਟਲ ਲੈ ਗਿਆ। ਪਹਿਲਾਂ ਮੈਂ ਥਾਣੇ ਗਿਆ ਵਾਂ, ਮੈਂ ਕਿਹਾ ਜੀ ਦੇਖੋ ਮੇਰੀ ਵਾਲਦਾ ਨੇ ਇਹ ਹਾਲ ਕਰ ਦਿੱਤਾ। ਇਹਨਾਂ ਨੇ ਕਿਹਾ ਜੀ ਨਹੀਂ ਜੀ ਜਾਓ ਤੁਸੀਂ ਪਹਿਲਾਂ ਵਾਲਦਾ ਨੂੰ ਹਸਪੀਟਲ ਲੈ ਜਾਓ, ਉਸ ਤੋਂ ਬਾਅਦ ਗੱਲ ਕਰਨਾ ਜਿਹੜੀ ਵੀ ਕਰਨਾ। ਮੈਂ ਹਸਪੀਟਲ ਚਲਾ ਗਿਆ, ਪਿੱਛੋਂ ਦਰਖਾਸਤ ਉਹਨਾਂ ਨੂੰ ਦੇ ਦਿੱਤੀ, ਸਾਰਾ ਕੁਝ ਦੱਸ ਦਿੱਤਾ ਵਾਕਿਆ ਵੀ ਇਹ ਮਾਮਲਾ ਤਾਂ ਹੋਏ ਨੇ। ਮਾਰਿਆ ਕਿਉਂ, ਇੰਨਾ ਗੁੱਸਾ ਕਿਉਂ ਸੀ ਉਹਨਾਂ ਨੂੰ ਤੁਹਾਡੀ ਬਾਤ? ਅਮੀਰਾਂ ਨੇ ਮੇਰੀ ਨੇ ਦਰਖਾਸਤ ਦਿੱਤੀ ਸੀ ਸੀਸੀਪੀਓ ਨੂੰ ਜੀ ਇਹ ਸੂਦਖੋਰੀ ਤੇ ਧੰਦਾ ਕਰਨ ਵਾਲੇ ਲੋਕ ਨੇ, ਜੁਰਮ ਪੇਸ਼ਾ ਲੋਕ ਨੇ, ਇਹਨਾਂ ਉਹਨਾਂ ਸਾਡੀ ਜਾਨ ਛੜਾਈ ਜਾਵੇ। ਇਹ ਅਮੀਰਾਂ ਨੇ 2 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਸੀ। ਹਾਲੇ ਜਦੋਂ ਮੈਂ ਦੂਜੀ ਵਾਰੀ ਗਿਆ ਨਾ ਸੀਸੀਪੀਓ ਦੇ ਸਾਹਿਬ ਨੇ, ਉੱਥੇ ਮੈਂ ਦਰਖਾਸਤ ਜਦੋਂ ਦਿੱਤੀ ਤੇ ਅੰਮੀ ਮੇਰੀ ਦੀ ਪੈਂਡਿੰਗ ਦਰਖਾਸਤ ਉੱਥੋਂ ਨਿਕਲ ਆਈ ਕਤਲ ਦੀਆਂ ਧਮਕੀਆਂ ਦੀ। ਉਹਨਾਂ ਕਿਹਾ ਯਾਰ ਪਹਿਲਾਂ ਵੀ ਸਾਡੇ ਉਹ ਦਰਖਾਸਤ ਪਈ, ਇਹਦੇ ਤੇ ਅਮਲ ਨਹੀਂ ਹੋਇਆ ਗਿਆ। अगर वो पहले ही अमल हो जाता तो मेरी वालदा ये दरखास्तें कहाँ जाती हैं? माजरत के साथ सीसीपीओ साहब को पहले एप्लीकेशन वो बुजुर्ग माँ दे चुकी थी। ये है जुल्म और जुर्म की इंतहा। खुदारा हमारे जो प्राइम मिनिस्टर ऑफ पाकिस्तान है इमरान खान साहब, वज़ीर आला पंजाब उस्मान बुज़दार साहब, आईजी पंजाब आईजी साहब, हमारी गुजारिश है आपसे, एक बुजुर्ग खातून जिसको पहले ही डर था कत्ल हो जाने का, खुदा ना खास्ता, उससे पहले भी सीसीपीओ साहब को एप्लीकेशन दी, नहीं उन तक पहुंची, दोबारा एप्लीकेशन दी, वो भी नहीं पहुंची, कत्ल कर दी गई वो खातून। अब क्या अब भी इस खानदान की सुनवाई नहीं होगी? फिर ये बड़े बड़े दावे मत किया करें जी, हम तो बैठे हुए खुलियाँ कचहरियाँ लगाई हुई हैं, ये मामलात है, हर चीज़ अंडर कंट्रोल है, हम किसी इलाका गैर में मौजूद नहीं है। ये शाहनूर कच्ची बस्ती का इलाका है और यहाँ पर ये एक बेटा अपनी माँ के साथ होने वाले जुल्म पर बात कर रहा है, जो जुल्म उस पर किया गया। और हमारी यही गुजारिश है खुदा रहा उस जो मकतूल माँ है उसको इंसाफ दिया जाए, सिर्फ बातें ना की जाए, अमलन भी कुछ करके दिखाएं। और ये फिर बाद में फिर पुलिस का जो मामलात, लोग पुलिस के अगेंस्ट बात करते हैं जी कि पुलिस सिर्फ पैसे वालों का साथ देती है बाज़ औक़ात, क्योंकि मैं बहुत सारे ऐसे अफसरान को भी जानता हूँ, बहुत सारे ऐसे पुलिस एहलकारों को जानता हूँ जिन्होंने बहुत मेहनत की है, बहुत नेक नीति से वो काम करते हैं, शहीद वो लोग होते हैं। लेकिन इसी डिपार्टमेंट में कुछ ऐसे लोग भी मौजूद हैं जो गरीबों के नहीं सुनते, बल्कि वो बाज़ औक़ात ज़ालिमों की सुन लेते हैं। इस वक्त जी हमारे साथ मौजूद है मज़ीद जो मुतासरीन हैं इस ख़ानदान के, उनसे हम बात करते हैं। जिस दिन जनाजा पढ़ने के लिए उनके कुछ रिलेटिव्स आए, उन पर भी फायरिंग की गई, इस हवाले से हम बात करते हैं। जी बताइएगा जनाब, आप क्या लगते हैं उनके जिनको कत्ल किया गया? भाई मेरी अमशीरा थी। तुम सके भाई हो? हाँ जी। अच्छा, एक ही लगते ने मेहमान आए सन तो की होया सी उस दिन? फिर अल्लाह ताला जी तुहानू सबर देवे, बड़ा मुश्किल होंदा है जी ये सारा मामला। ये जी अल्लाह ताला इनको सबर दे जी। वो ये कह रहे हैं जी कि एक ही बहन थी मेरी जिसको इतना ख्वार करके मारा इन जालमों ने। और उस दिन की होया जनाब, ਤੁਹਾਡੇ ਤੇ ਕਿਉਂ ਫਾਇਰ ਚਲਾਤਾ ਉਹਨਾਂ ਨੇ? ਅਸੀਂ ਉਹ ਤੰਬੂ ਦਰੀਆਂ ਲੈਂਦੀਆਂ ਜੀ, ਅਸੀਂ ਵਿਛਾਣ ਲੱਗੇ ਹਾਂ ਜੀ ਤੇ ਉਧਰੋਂ ਯਕਦਮ ਇਹਨਾਂ ਫਾਇਰਿੰਗ ਕਰ ਦਿੱਤੀ ਜੀ। ਫੌਤ ਹੋ ਗਈ ਉਦੋਂ ਨਾ, ਫਾਇਰਿੰਗ ਕਰਦੇ ਕਦੇ ਨਿਕਲੇ ਨੇ ਬਾਹਰ, ਨੱਸੇ ਨੇ। ਫੜੇ ਨਾ? ਹਾਂਜੀ। ਅੱਛਾ। ਅੱਗੇ ਖੜੇ ਸਨ, ਪਤਾ ਨਹੀਂ ਤੇ ਪਿੱਛੇ ਗੋਲੀ ਮਾਰ ਵੱਜ ਕੇ ਇੱਥੇ ਆ ਜੀ। ਤੋਲੇ ਉਹ ਕਹਿੰਦੇ ਸੀ ਚੈਲੰਜ ਕਰਾਓ ਇਹਦਾ, ਇਹ ਝੂਠ ਬੋਲਦਾ। ਪੁਲਿਸ ਵਾਲੇ ਕੀ ਕਹਿੰਦੇ ਨੇ ਫਿਰ ਇਹਦਾ? ਉਹ ਕੁਝ ਨਹੀਂ ਕਰ ਰਿਹਾ ਇਹਦਾ, ਕੋਈ ਰਿਪੋਰਟ ਨਹੀਂ ਸਹੀ ਲਿਖ ਰਿਹਾ। कौन सुनेगा जी?
कौन सुनेगा इन गरीबों की, इन मस्किनों की, कि जिसकी माँ फौत हो गई वो रो रहा है, जिनकी वो बहनें थी वो रो रही हैं, ये भाई है ये रो रहा है, जो जनाजे में शिरकत के लिए आया उस पर फायरिंग, जब उनको पता लगा जी कि वो बुजुर्ग खातून कत्ल उनकी डेथ हो गई है तो कोई पकड़ ना ले, फायरिंग करते हुए वो भागे हैं और जख्मी करके चले गए हैं। तो ये सारे मामला थाना पसौल चलाਉਂਦਾ ਦੋ ਹੀ ਗਏ ਮੈਂ ਉਸ ਆਇਆ ਹੀ ਤੇ ਉਹ ਨਸ ਗਏ ਨੇ ਨਿਕਲ ਕੇ ਫਟਾਫਟ ਇਹਨਾਂ ਫੈਰ ਨੂੰ ਉੱਥੋਂ ਘਰੋਂ ਹੀ ਕਰਦਾ ਆਇਆ ਦੂਰੋਂ ਹੀ ਫਾਇਰਿੰਗ ਕਰਦਾ ਆਇਆ ਦੀਵਾਰਾਂ ਹੀ ਕਰਦਾ ਜੀ ਫਾਇਰ ਲੱਗੇ ਨੇ ਹਾਲੇ ਤੱਕ ये कोई एक्शन मूवीज के सीन नहीं है, ये रियलिटी है जी। लाहौर में सरेआम दिन दिहाड़े ये मामलात हो रहे हैं, तो इन मामलात को कंट्रोल होने की ज़रूरत है। बातें ना करें, अमलन भी कुछ करके दिखाएं। दरखास्त सीसीपीओ साहब को ही दी हुई थी। ਹਾਂਜੀ ਪਹਿਲੋਂ ਦਰਖਾਸਤ ਸੀਸੀਪੀਓ ਸਾਹਿਬ ਦੇ ਕੋਲ ਪਈ ਹੀ ਦਰਖਾਸਤ। ऐसे गल का गुस्सा से ना ਹਾਂਜੀ ਸਿਰਫ ਐਸੀ ਗੱਲ ਦਾ ਹੀ ਗੁੱਸਾ ਸੀ, ਤੁਸੀਂ ਦਰਖਾਸਤ ਔਰ ਵਾਜ਼ਿਆ ਉਹਨੇ ਗਾਲਾਂ ਕੱਢ ਕੇ ਕਿਹਾ ਮੈਨੂੰ ਗੁੱਸਾ ਹੀ ਇਹੀ ਸੀ ਤੇਰੇ ਤੇ ਜਿਹੜਾ ਤੂੰ ਮੈਨੂੰ 1 ਮਹੀਨਾ ਪੂਰਾ ਤੂੰ ਮੈਨੂੰ ਜ਼ਲੀਲ ਕਰ ਦਿੱਤਾ ਹਰ ਜਗ੍ਹਾ ਤੇ, ਮੈਂ ਹੁਣ ਤੈਨੂੰ ਛੱਡਣਾ ਹੀ ਨਹੀਂ ਜਿੰਦਾ। ਤੇ ਉਹਨਾਂ ਨੇ ਮਾਰ ਕੇ ਹੀ ਸਾਹ दरखास्त से कोई अमल नहीं होया। ਕੋਈ ਅਮਲ ਨਹੀਂ ਹੋਇਆ। ਭਰਾ ਮੇਰੇ ਨੂੰ ਵੀ ਜ਼ਲੀਲ ਕੀਤਾ ਗਿਆ, ਬੁਲਾ ਕੇ ਥਾਣੇ, ਉਹ ਥਾਣੇ ਵੀ ਨਹੀਂ ਸੀ ਆਉਂਦਾ, ਉਹਨੂੰ ਪਹਿਲਾਂ ਫੋਨ ਚਲਾ ਜਾਂਦਾ ਯਾਰ ਤੂੰ ਨਾ ਅਸੀਂ ਆਪੇ ਨਿਬੇੜ ਲਾਂਗੇ। ਉਹ ਥਾਣੇ ਵੀ ਨਹੀਂ ਕਦੀ ਪੇਸ਼ ਹੋ ਸਕਿਆ ਇੰਨੀ ਜਦੋਜਹਿਦ ਕਰਨ ਦੇ ਬਾਵਜੂਦ ਵੀ। ਲੇਕਿਨ ਸਿਰਫ ਇਹ ਹਾਲੇ ਤੱਕ ਸਿਰਫ ਇੱਕ ਰਿਕਾਰਡ ਪੁਲਿਸ ਵਾਲਿਆਂ ਨੇ ਕੀ ਰਿਕਾਰਡ ਹੈ ਜੀ? ਜੀ ਇੱਕ ਪਰਚੇ ਦਾ ਰਿਕਾਰਡ ਕੱਢਿਆ ਗਿਆ ਸਾਡੇ ਕੋਲੋਂ, ਤੇ ਮੈਂ ਇਹ ਦੇਖੋ ਉਹਨਾਂ ਦੇ ਪੂਰੇ ਸਾਰਿਆਂ ਦਾ ਰਿਕਾਰਡ ਹੈਗਾ। ਰਿਕਾਰਡ ਜਾਫਤਾ ਨੇ ਇਹ ਦੇਖੋ ਸਾਰਿਆਂ ਦਾ ਰਿਕਾਰਡ ਹੈਗਾ ਮੇਰੇ ਕੋਲ। ਅੱਛਾ ਕਿਹੜੇ ਜੁਰਮ ਚ ਨੇ ਸਾਰੇ? ਇਹਨਾਂ ਦੀਆਂ ਸਾਰੀਆਂ ਦਫਾ ਲੱਗੀਆਂ ਨੇ, ਪਿਓ ਤੋਂ ਲੈ ਕੇ ਹੁਣ ਤੱਕ ਜੁਰਮ ਹੀ ਕਰਦੇ ਆ ਰਹੇ ਨੇ। फड़े नहीं गए, कभी नहीं फड़े गए। ਇਹ ਦਰਖਾਸਤਾਂ ਦੇਖੋ ਹੁਣ ਪਰਚੇ ਹੋਏ ਨੇ। कौन फड़ेगा जी? कौन पकड़ेगा? माजरत के साथ रिकॉर्ड ये बता रहे हैं जी, रिकॉर्ड याफ्ता जुर्म पे जुर्म, जुर्म पे जुर्म, जुल्म पे जुल्म, जुल्म पे जुल्म, कौन पकड़ेगा? ये भाई बता रहे हैं जी कि सीसीपीओ साहब की एप्लीकेशन चली गई, वो मार कर देते हैं, थाने बुला के थका दिया। ये सिस्टम है जिसको बदलने की ज़रूरत है। और अभी ये बेटा अपनी माँ का, जिसने अपनी आंखों से माँ को मार खाते देखा है, रूह कांप उठती है इंसान की। हम सब माँ बहनों वाले हैं। खुदा रहा अगर आपके पास ताकत है, कुर्सी मौजूद है, तो फिर इस केस की तफ्तीश प्रॉपर हो। इस तरह के और जो केसेस हैं जिन पर लोगों पर जुल्म होता है, उन मजलूमों का साथ दें, जालिमों को जो है वो कड़ी से कड़ी सज़ा दें। हम गुजारिश करेंगे अपने इस प्रोग्राम के ज़रिए से कि खुदा रहा इस केस की और इस तरह की और जो बाकी जो केसेस हैं जिस पर मजलूमों को मारा जाता है, दबाया जाता है और फिर थाने में सेटलमेंट हो जाती है, फिर एक कोई लफ्ज़ होता है राज़ीनामा कर लो, वो कुछ नहीं जो होना राज़ीनामा कर लो। बाज़ औक़ात थानों में बैठ कर ये मामला सेटल किए जाते हैं। खुदा रहा हमारी गुजारिश है उन तमाम पुलिस अफसरान से जो हमेशा गरीबों की मदद करते हैं, जो इंसाफ का साथ देते हैं। और मैं अगेन कहूँगा कि पुलिस डिपार्टमेंट में बहुत सारी जो पुलिस डिपार्टमेंट की कुर्बानियां हैं, मैं पुलिस डिपार्टमेंट की दिल से इज़्ज़त करता हूं, लेकिन इसी डिपार्टमेंट में कुछ लोग ऐसे भी मौजूद हैं जो मजलूमों का साथ देने के बजाय जालिमों का साथ देते हैं। हमारी यही गुजारिश है खुदा रहा इस ख़ानदान को और इस जैसे और ख़ानदानों को इंसाफ दिलाया जाए और जालिमों को कानून के मुताबिक कड़ी से कड़ी सज़ा दी जाए।